ਵਾਹਿਗੁਰੂ ਜੀ। ਵਡਹੰਸ ਮਹੱਲਾ ਪਹਿਲਾ। ਦੱਖਣੀ ਸੱਚ ਸਿਰੰਦਾ ਸੱਚਾ ਜਾਣੀਐ, ਸਚੜਾ ਪਰਵਦਗਾਰੋ। ਜਿਨ ਆਪੀ ਨੇ ਆਪ ਸਾਜਿਆ, ਸਚੜਾ ਲਖ ਪਾਰੋ। ਦੋਏ ਪੁੜ ਜੋੜ ਵਿਛੋੜਿਆ ਨਾ, ਗੁਰ ਬਿਨ ਘੋਰ ਅੰਧਾਰੋ। ਸੂਰਜ ਚੰਦ ਸਿਰਜਿਆ ਨਾ, ਅਹਨਸ ਚਲਤ ਵਿਚਾਰੋ। ਸਚੜਾ ਸਾਹਿਬ ਸੱਚ ਤੂੰ, ਸਚੜਾ ਦੇ ਪਿਆਰੋ। ਸਚੜਾ ਸਾਹਿਬ ਸੱਚ ਤੂੰ, ਸਚੜਾ ਦੇ ਪਿਆਰੋ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਮਿਹਰ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਨਸੀਬ ਹੋਏ ਨੇ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ 580 ਅੰਕ ਤੋਂ ਆਰੰਭ ਹੋ ਕੇ 581 ਤੇ ਸੰਪੂਰਨ ਹੈ ਅਤੇ ਅਲਾਹਣੀਆਂ ਦੇ ਸਿਰਲੇਖ ਹੇਠ ਇਹ ਸ਼ਬਦ ਦਰਜ ਹੈ। ਵਡਹੰਸ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਕਿਰਪਾ ਕਰ ਰਹੇ ਨੇ। ਦੱਖਣੀ ਸੱਚ ਸਿਰੰਦਾ ਸੱਚਾ ਜਾਣੀਐ, ਸਚੜਾ ਪਰਵਦਗਾਰੋ। ਸੱਚ ਅਕਾਲ ਪੁਰਖ, ਸਿਰੰਦਾ ਸਿਰਜਣੇ ਵਾਲਾ, ਉਹ ਸੱਚਾ ਜਾਣੀਏ ਜਾਣਨਾ ਕਰੋ ਅਤੇ ਉਹੀ ਪਰਵਦਗਾਰੋ ਹੈ, ਪਾਲਣੇ ਵਾਲਾ ਹੈ। ਜਿਨ ਆਪੀ ਨੇ ਆਪ ਸਾਜਿਆ, ਸਚੜਾ ਲਖ ਅਪਾਰੋ। ਇਸ ਸੰਸਾਰ ਨੂੰ ਸਾਜਣੇ ਵਾਲਾ ਉਹ ਆਪ ਹੀ ਹੈ, ਸੱਚਾ ਹੈ। ਉਸ ਨੂੰ ਲਿਖਿਆ ਨਹੀਂ ਜਾ ਸਕਦਾ ਹੈ। ਉਹ ਪਾਰਾਵਾਰ ਤੋਂ ਰਹਿਤ ਹੈ। ਦੋਇ ਪੜ ਜੋੜ ਵਿਛੋੜਿਆ ਨਾ, ਗੁਰ ਬਿਨ ਘੋਰ ਅੰਧਾਰੋ। ਇਹ ਦੋ ਪੁੜ ਜਿਹੜੇ ਨੇ, ਧਰਤੀ ਨਿਚਲਾ ਪੁੜ ਹੈ, ਆਕਾਸ਼ ਉੱਪਰਲਾ ਪੁੜ ਹੈ। ਇਹਨਾਂ ਨੂੰ ਜੋੜਿਆ ਵੀ ਹੋਇਆ ਅਤੇ ਵਿਛੋੜਿਆ ਵੀ ਹੋਇਆ। ਆਪਣੀ ਨਿਗਾਹ ਮਾਰੋ, ਦੂਰ ਤਾਈਂ ਧਰਤੀ ਅਤੇ ਆਸਮਾਨ ਜੁੜੇ ਹੋਏ ਪ੍ਰਤੀਤ ਹੁੰਦੇ ਨੇ। ਜਿੱਥੇ ਆਪਾਂ ਖੜ੍ਹੇ ਹਾਂ ਇੱਥੋਂ ਤਾਂ ਨੂੰ ਨਿਗਾਹ ਮਾਰੋ, ਆਸਮਾਨ ਕਿੰਨਾ ਉੱਚਾ ਦਿਸਦਾ ਹੈ। ਸੋ ਇਹ ਧਰਤੀ ਅਤੇ ਆਸਮਾਨ, ਇਹਦੇ ਵਿੱਚ ਹੀ ਸਾਰੀ ਰਚਨਾ ਉਸਨੇ ਕਰ ਦਿੱਤੀ ਹੈ। ਇਹ ਪੁੜ ਜੁੜੇ ਹੋਏ ਨੇ, ਵਿਛੋੜੇ ਹੋਏ ਨੇ। ਪਰ ਗੁਰੂ ਤੋਂ ਬਿਨਾਂ ਸਮਝ ਕਿੱਥੇ ਲੱਗੇ। ਗੁਰੂ ਤੋਂ ਬਿਨਾਂ ਘੋਰ ਹਨੇਰਾ ਹੈ। ਸੂਰਜ ਚੰਦ ਸਿਰਜਿਆ ਨਾ, ਅਹਨਸ ਚਲਤ ਵਿਚਾਰੋ। ਇਹਨਾਂ ਦੋ ਪੁੜਾਂ ਦੇ ਵਿੱਚ ਚੰਦ ਸੂਰਜ ਬਣਾ ਦਿੱਤੇ ਨੇ। ਦਿਨ ਰਾਤ ਚੱਲਦੇ ਨੇ। ਉਹਨਾਂ ਦੇ ਚੱਲਣ ਕਰਕੇ ਆਪਾਂ ਕਹਿੰਦੇ ਹਾਂ ਸੋ ਰਾਤ ਪੈ ਗਈ, ਦਿਨ ਚੜ੍ਹ ਗਿਆ, ਦਿਨ ਚਲਾ ਗਿਆ, ਹਫ਼ਤਾ ਨਿਕਲ ਗਿਆ, ਮਹੀਨੇ ਨਿਕਲ ਗਏ। ਚੰਦ ਸੂਰਜ ਕਰਕੇ ਹੀ ਹੈ। ਚੰਦ ਸੂਰਜ ਨਾ ਹੋਣ ਤਾਂ ਦਿਨ ਰਾਤ ਇਹ ਗਿਣਤੀ ਵੀ ਨਾ ਹੋਵੇ। ਕਹਿੰਦੇ ਇਹਨਾਂ ਕਰਕੇ ਹੀ ਇਹ ਸਾਰੀਆਂ ਵਿਚਾਰਾਂ ਚੱਲਦੀਆਂ। ਹੁਣ ਜਿੰਨੀਆਂ ਜੋਤਿਸ਼ ਦੀਆਂ ਵਿਚਾਰਾਂ ਉਹ ਵੀ ਸਾਰੀਆਂ ਇਹਨਾਂ ਦੇ ਉੱਤੇ ਹੀ ਆਧਾਰਿਤ ਨੇ। ਗਿਣਤੀਆਂ ਮਿਣਤੀਆਂ ਸਾਰੀਆਂ ਚੰਦ ਸੂਰਜ ਦੀ ਚਾਲ 'ਤੇ ਹੀ ਆਧਾਰਿਤ ਨੇ।
ਸਚੜਾ ਸਾਹਿਬ ਸੱਚ ਤੂੰ, ਸਚੜਾ ਦੇ ਪਿਆਰੋ। ਹੇ ਸਾਹਿਬ ਤੂੰ ਸੱਚਾ ਹੈ, ਸੋ ਕਿਰਪਾ ਕਰਕੇ ਮੈਨੂੰ ਆਪਣਾ ਸੱਚਾ ਪਿਆਰ ਤੂੰ ਬਖਸ਼ਿਸ਼ ਕਰ। ਰਹਾਓ। ਤੁਧ ਸਿਰਜੀ ਮੇਦਨੀ, ਦੁੱਖ ਸੁੱਖ ਦੇਵਨ ਹਾਰੋ। ਸਾਰੀ ਧਰਤੀ ਬਣਾਉਣੇ ਵਾਲਾ ਤੂੰ ਹੀ ਹੈ, ਅਤੇ ਜੀਵਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਤੂੰ ਸਭਨਾਂ ਨੂੰ ਕਿਸੇ ਨੂੰ ਦੁੱਖ ਕਿਸੇ ਨੂੰ ਸੁੱਖ ਦਿੰਦਾ ਹੈ। ਨਾਰੀ ਪੁਰਖ ਸਿਰਜਿਆ, ਬਿਖ ਮਾਇਆ ਮੋਹ ਪਿਆਰੋ। ਔਰਤ ਮਰਦ ਤੈਂ ਬਣਾਏ ਨੇ, ਇਹਦੇ ਵਿੱਚ ਮਾਇਆ ਜ਼ਹਿਰ ਰੂਪ ਹੈ, ਪਰ ਇਹਦੇ ਵਿੱਚ ਮੋਹ ਪਾਤਾ। ਨਾਰੀ ਪੁਰਖ ਬਣਾ ਕੇ ਅਤੇ ਤੂੰ ਮੋਹ ਪਾਤਾ, ਮੋਹ ਪਾਤਾ। ਮਾਇਆ ਜਿਹੜੀ ਹੈ ਇਹ ਵਿਖ ਰੂਪ ਹੈ, ਜ਼ਹਿਰ ਰੂਪ ਹੈ, ਪਰ ਮੋਹ ਕਰਕੇ ਮਿੱਠੀ ਲੱਗਦੀ ਹੈ। ਪਰਿਵਾਰ ਦੇ ਮੋਹ ਦੇ ਵਿੱਚ, ਵਸਤਾਂ ਦੇ, ਆਪਣੇ ਸੁੱਖਾਂ ਦੇ ਮੋਹ ਦੇ ਵਿੱਚ ਇਹ ਜੀਵ ਫਸ ਜਾਂਦਾ ਹੈ। ਖਾਣੀ ਬਾਣੀ ਤੇਰੀਆ ਦੇ ਜੀਆਂ ਆਧਾਰੋ। ਇਹ ਚਾਰੇ ਖਾਣੀਆਂ ਤੇਰੀਆਂ ਬਣਾਈਆਂ ਹੋਈਆਂ ਨੇ, ਜਿਸ 'ਚ 84 ਲੱਖ ਜੂਨ ਪੈਦਾ ਕੀਤੀ। ਚਾਰੇ ਹੀ ਬਾਣੀਆਂ ਇਹ ਵੀ ਤੇਰੀਆਂ ਬਾਣੀ ਬਣਾਈਆਂ। ਭਰਾ ਬਸੰਤੀ ਮਧਮਾ ਬੈਖਰੀ ਇਹੋ ਹੀ ਜੀਆਂ ਦਾ ਆਧਾਰ ਹੈ। ਕੁਦਰਤ ਤਖਤ ਰਚਾਇਆ, ਸੱਚ ਨਿਬੇੜਨ ਹਾਰੋ। ਕੁਦਰਤ ਨੂੰ ਤਖਤ ਦੇ ਦਿੱਤਾ। ਕੁਦਰਤ ਸੱਚ ਦੁਆਰਾ ਨਿਬੇੜਾ ਕਰਦੀ ਹੈ ਸਾਰਿਆਂ ਦਾ। ਫਿਰ ਤਖਤ ਤਾਂ ਕੁਦਰਤ ਦੇ ਕੋਲ ਹੀ ਹੋਇਆ ਨਾ, ਰਾਜ ਤਾਂ ਕੁਦਰਤ ਦਾ ਹੀ ਹੋਇਆ। ਕੁਦਰਤ ਹੀ ਨਿਬੇੜਾ ਕਰਦੀ, ਕੁਦਰਤ ਨੂੰ ਤੂੰ ਆਪ ਸ਼ਕਤੀ ਦਿੱਤੀ ਹੈ। ਆਵਾਗਮਨ ਸਿਰਜਿਆ, ਤੂੰ ਥਿਰ ਕਰਨਾ ਹਾਰੋ। ਆਉਣਾ ਜਾਣਾ ਇਹ ਤੈਂ ਬਣਾ ਦਿੱਤਾ। ਤੂੰ ਸਥਿਰ ਹੈ, ਤੂੰ ਜੰਮਣ ਮਰਨ 'ਚ ਨਹੀਂ ਹੈ, ਕਿਉਂਕਿ ਤੂੰ ਕਰਨਹਾਰ ਹੈ। ਜੰਮਣ ਮਰਣਾ ਆਏ ਗਿਆ, ਬੱਧਿਕ ਜਿਉ ਬਿਕਾਰੋ। ਸੋ ਇਹਦਾ ਜੰਮਣਾ ਮਰਨਾ ਆਉਣਾ ਜਾਣਾ ਬਣਿਆ ਹੋਇਆ, ਆਪਣੇ ਵਿਕਾਰਾਂ ਕਰਕੇ ਹੀ ਇਹ ਜੀਵ ਬੱਝ ਜਾਂਦਾ ਹੈ। ਸੋ ਆਪਣੇ ਵਿਕਾਰਾਂ ਕਰਕੇ ਇਹ ਬੱਧਿਕ ਬਣ ਜਾਂਦਾ ਹੈ। ਬੱਧਿਕ ਬੱਧਿਕ ਸ਼ਿਕਾਰੀ ਨੂੰ ਵੀ ਕਹਿੰਦੇ ਨੇ, ਵਿਕਾਰਾਂ ਕਰਕੇ ਸ਼ਿਕਾਰੀ ਬਣਿਆ ਹੋਇਆ ਹੈ, ਮਾੜੇ ਕਰਮ ਕਰਦਾ ਪਿਆ। ਬੂਢੜਾ ਨਾਮ ਵਿਸਾਰਿਆ, ਬੂਢੜਾ ਕਿਆ ਤਿਸ ਚਾਰੋ। ਇਹ ਭੈੜੀ ਮੱਤ ਵਾਲੇ ਨੇ ਨਾਮ ਵਿਸਾਰ ਦਿੱਤਾ। ਹੁਣ ਜਿਹਨੇ ਨਾਮ ਵਿਸਾਰ ਦਿੱਤਾ ਡੁੱਬ ਗਿਆ। ਜਿਹੜਾ ਸੰਸਾਰ ਵਿੱਚ ਡੁੱਬਿਆ ਹੋਇਆ, ਹੁਣ ਦੱਸ ਉਹ ਕੀ ਚਾਰਾ ਕਰ ਸਕਦਾ, ਜਾਂ ਉਹਦੇ ਨਾਲ ਕੀ ਚਾਰਾ ਕੀਤਾ ਜਾ ਸਕਦਾ। ਹੁਣ ਤਾਂ ਨਾਮ ਵਿੱਚ ਤੇਰੇ ਕਹਿਣੇ ਵੀ ਨਾਮ ਚੇਤੇ ਕਰ ਬਈ, ਇਹੋ ਹੀ ਚਾਰਾ ਹੈ ਇੱਕ। ਨਾਮ ਜਪੇ ਨਾ, ਫਿਰ ਉਹਦਾ ਕੀ ਇਲਾਜ ਕੀ ਹੋ ਸਕਦਾ। ਜਿਹੜਾ ਨਾਮ ਹੀ ਨਹੀਂ ਜਪਦਾ, ਬਾਣੀ ਨਹੀਂ ਪੜ੍ਹਦਾ, ਡੁੱਬਣਾ ਹੀ ਆ ਉਸਨੇ। ਗੁਣ ਛੋੜ ਬਿਖ ਲੱਦਿਆ, ਅਵਗੁਣ ਕਾਵਣ ਯਾਰੋ। ਜਿਨ੍ਹਾਂ ਨੇ ਭਾਈ ਸ਼ੁਭ ਗੁਣਾਂ ਨੂੰ ਛੱਡ ਦਿੱਤਾ, ਬਿਖ ਲੱਦਿਆ ਮਾਇਆ ਲੱਦ ਲਈ, ਅਤੇ ਉਹਦਾ ਜਿਹੜਾ ਵਪਾਰ ਆ ਅਵਗੁਣਾਂ ਦਾ ਹੀ ਹੁੰਦਾ ਹੈ। ਉਹ ਅਵਗੁਣਾਂ ਦਾ ਵਪਾਰੀ ਬਣ ਜਾਂਦਾ, ਉਹਦਾ ਸੌਦਾ ਹੀ ਅਵਗੁਣ ਹੈ। ਸਦੜੇ ਆਏ ਤਿਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। ਜਿਨ੍ਹਾਂ ਨੂੰ ਅਸੀਂ ਆਪਣੇ ਬੜੇ ਪਿਆਰੇ ਜਾਣਦੇ ਸਾਂ, ਜਾਨੀ ਵੀ ਸਾਡੇ ਬੜੇ ਪਿਆਰੇ ਨੇ, ਉਹਨਾਂ ਦੀ ਖਾਤਰ ਅਸੀਂ ਬੜੇ ਬੜੇ ਪਾਪ ਕਰ ਜਾਂਦੇ। ਪਿਆਰਿਆਂ ਦੀ ਖਾਤਰ ਝੂਠ ਬੋਲ ਜਾਂਦੇ ਹਾਂ, ਧੋਖਾ ਕਰ ਜਾਂਦੇ ਹਾਂ। ਪਿਆਰਿਆਂ ਦੀ ਖਾਤਰ, ਪਿਆਰਿਆਂ ਦੀ ਖਾਤਰ ਅਸੀਂ ਗੁਰੂ ਨੂੰ ਭੁਲਾਤਾ, ਰੱਬ ਨੂੰ ਭੁਲਾਤਾ। ਇਹਨਾਂ ਪਿਆਰਿਆਂ ਦੇ ਵਿੱਚ ਅਸੀਂ ਖੁੱਭ ਗਏ। ਮਹਾਰਾਜ ਕਹਿੰਦੇ ਜਦੋਂ ਫਿਰ ਸੱਚੇ ਪੁਰਖ ਦਾ ਕਰਤਾਰ ਦਾ ਹੁਕਮ ਆ ਗਿਆ, ਉਹ ਪਿਆਰੇ ਨੂੰ ਜਾਣਾ ਪੈਂਦਾ ਜਾਂ ਪਿਆਰੇ ਕੋਲੋਂ ਜਾਣਾ ਪੈਂਦਾ। ਫਿਰ ਉੱਥੇ ਕੀ ਕਰੀਏ, ਉੱਥੇ ਕੁਝ ਨਹੀਂ ਕੀਤਾ ਜਾ ਸਕਦਾ। ਕਹਿੰਦੇ ਹੁਕਮ ਜੋ ਆ ਗਿਆ। ਨਾਰੀ ਪੁਰਖ ਵਿਛੁੰਨਿਆ, ਵਿਛੜਿਆ ਮਿਲਣ ਹਾਰੋ। ਨਾਰੀ ਅਤੇ ਪੁਰਖ ਨੂੰ ਵਿਛੋੜਨੇ ਵਾਲਾ ਵੀ ਆਪ ਹੈ, ਅਤੇ ਵਿਛੜਿਆਂ ਦਾ ਮੇਲ ਕਰਾਉਣੇ ਵਾਲਾ ਵੀ ਆਪ ਹੈ। ਭਾਵੇਂ ਜੀਵ ਰੂਪ ਇਸਤਰੀ ਅਕਾਲ ਪੁਰਖ ਤੋਂ ਵਿਛੜੀ ਨਾਰੀ ਰੂਪ, ਅਤੇ ਉਸਨੇ ਹੀ ਵਿਛੋੜਿਆ। ਹੁਣ ਜਿਨ੍ਹਾਂ ਨੇ ਨਾਮ ਜਪਿਆ ਅਤੇ
ਅਤੇ ਉਹਨਾਂ ਨੂੰ ਫਿਰ ਮਿਲਿਆ ਵੀ ਆਪ ਹੈ। ਨਾਰੀ ਪੁਰਖ ਵਿਛੁੰਨਿਆ ਵਿਛੜਿਆ ਮੇਲਣ ਹਾਰੋ। ਸਿਸ ਜੀਵ ਵਿਛੜੇ ਹੋਏ ਜੀਵ ਦਾ ਮੇਲ ਕਿਵੇਂ ਹੈ? ਕਹਿੰਦੇ ਨਾਮ ਜਪ ਕੇ ਬੰਦਗੀ ਕਰਕੇ ਆਪ ਹੀ ਮਿਲਾਉਂਦਾ ਜੀ। ਜਿਹਨੂੰ ਮਿਲਾਉਣਾ ਹੈ ਉਹਨੂੰ ਭਗਤੀ ਵਾਲੇ ਪਾਸੇ ਲਾ ਲੈਂਦਾ ਹੈ। ਰੂਪ ਨ ਜਾਣੈ ਸੋਹਣੀਆਂ ਹੁਕਮ ਬੱਧੀ ਸਿਰਕਾਰੋ। ਉਹ ਜਿਹੜੇ ਹੁਕਮ ਦੇ ਬੱਧੇ ਹੋਏ ਨੇ ਨਾ, ਸੱਚੀ ਸਰਕਾਰ ਦੇ ਹੁਕਮ ਦੇ ਬੱਧੇ ਹੋਏ, ਜਦੋਂ ਜਮ ਆਉਂਦੇ ਨੇ ਉਹ ਥੋੜ੍ਹੀ ਕਿਸੇ ਦਾ ਰੂਪ ਵੇਖਦੇ ਆ। ਹਾਂ ਵੀ ਇਹ ਗੁਣ ਵਾਲਿਆਂ, ਇਹ ਬੜਾ ਸੋਹਣਾ ਆ, ਬੜਾ ਇੱਜ਼ਤ ਵਾਲਾ ਹੈ, ਅਤੇ ਉਹਨੂੰ ਹੁਕਮ ਹੋ ਗਿਆ। ਉਹ ਹੁਕਮ ਦੇ ਬੱਧੇ ਹੋਏ ਆਉਂਦੇ ਨੇ ਅਤੇ ਬੰਨ੍ਹ ਕੇ ਲੈ ਜਾਂਦੇ ਨੇ। ਕਹਿੰਦੇ ਬਾਲਕ ਬਿਰਧ ਨ ਜਾਣਨੀ ਤੋੜਨ ਹਿਤ ਪਿਆਰੋ। ਉਹ ਨਾ ਵੱਡਾ ਵੇਖਦੇ ਨੇ ਨਾ ਬੱਚਾ ਵੇਖਦੇ ਨੇ, ਵੀ ਇਹਨਾਂ ਦਾ ਆਪਸ ਵਿੱਚ ਬੜਾ ਪਿਆਰ ਆ। ਹੁਣ ਮਾਂ ਅਤੇ ਪੁੱਤ ਦਾ ਬੜਾ ਪਿਆਰ ਹੈ। ਹੁਣ ਜੇ ਜਮ ਨੂੰ ਹੁਕਮ ਹੋ ਗਿਆ ਵੀ ਪੁੱਤ ਨੂੰ ਲੈ ਆ, ਉਹ ਮਾਂ ਦੇ ਨਾਲੋਂ ਪੁੱਤ ਦੇ ਪਿਆਰ ਨੂੰ ਤੋੜ ਦੇਣਾ। ਤੋੜਨ ਹੇਤ ਪਿਆਰ, ਉਹ ਹੁਕਮ ਦੇ ਬੱਧੇ ਹੋਏ ਨੇ। ਜਮ ਨੂੰ ਹੁਕਮ ਹੋ ਗਿਆ ਵੀ ਮਾਂ ਨੂੰ ਲੈ ਆ, ਜਿੱਦਾਂ ਮਾਂ ਬਾਪ ਦੋਨਾਂ ਨੂੰ ਲਿਆ, ਉਹ ਦੋਨਾਂ ਨੂੰ ਉਹਨਾਂ ਦਾ ਪਿਆਰ ਤੋੜ ਕੇ ਤੇ ਲੈ ਆਉਂਦਾ। ਉਹ ਨਹੀਂ ਦੇ ਤਾ, ਕੋਈ ਹੁਕਮ ਦੇ ਉਹ ਬੱਝੇ ਹੋਏ ਨੇ। ਨੌ ਦਰ ਠਾਕੇ ਹੁਕਮ ਸੱਚਾ ਹੰਸ ਗਿਆ ਗੈਣਾਰੇ। ਜਦੋਂ ਜਮ ਆਉਂਦਾ ਹੈ ਉਹ ਕੀ ਕਰਦਾ ਹੈ? 9 ਦੇ 9 ਦਰਵਾਜ਼ੇ ਠਾਕੇ ਬੰਦ ਕਰ ਦਿੰਦਾ ਹੈ। ਜਿਹੜੇ ਕਹਿੰਦੇ ਨਾ ਵੀ ਅਸੀਂ ਭਾਈ ਬੁੱਢੇ ਹੋ ਕੇ ਨਾਮ ਜਪ ਲਵਾਂਗੇ, ਆਖਰੀ ਸਮੇਂ ਜਪ ਲਵਾਂਗੇ, ਸਾਰੀ ਜ਼ਿੰਮੇਵਾਰੀਆਂ ਨਿਭਾ ਲਈਏ, ਉਹ ਨਹੀਂ ਜਪਣ ਦਿੰਦੇ ਜੀ। ਉਹ 9 ਹੀ ਦਰਵਾਜ਼ੇ ਬੰਦ ਕਰ ਦਿੰਦੇ, ਆਉਂਦੇ ਖਿੜਕੀਆਂ ਫਟਾਫਟ ਬੰਦ ਕਰ ਦਿੰਦੇ ਆ। ਅਤੇ ਜਿਹੜੀ ਰੂਹ ਹੈ ਉਹ ਫਿਰ ਗਹਿਣਾਰੇ ਆਕਾਸ਼ ਦੇ ਰਾਸਤੇ ਤਾਂ ਨੂੰ ਜਮਾਂ ਦੇ ਨਾਲ ਤੁਰ ਪੈਂਦੀ ਹੈ। ਸਾ ਧਨ ਛੁੱਟੀ ਮੁੱਠੀ ਝੂਠ ਵਿਧਣੀਆਂ ਮਿਰਤ ਕੜਾਉ ਅੰਗਨੜੇ ਬਾਰੇ। ਜਿਹੜਾ ਮਿਰਤ ਕੜਾ ਹੁੰਦਾ ਨਾ, ਮਰਿਆ ਹੋਇਆ, ਉਹ ਅੰਗਨੜੇ ਬਾਰੇ ਬਾਹਰ ਵਿਹੜੇ ਦੇ ਵਿੱਚ ਪਿਆ ਹੋਇਆ। ਹੁਣ ਜਿਹੜਾ ਮਰ ਗਿਆ ਉਹ ਲੋਥ ਵਿਹੜੇ ਵਿੱਚ ਪਈ ਹੋਈ ਹੈ। ਹੁਣ ਜਿਹੜੀ ਉਹਦੀ ਔਰਤ ਹੈ, ਹੁਣ ਜੇ ਬੰਦਾ ਮਰਿਆ ਪਿਆ ਅਤੇ ਉਹ ਵਿਧਣੀ ਆ, ਉਹ ਫਿਰ ਬੜੀ ਦੁਖੀ ਹੁੰਦੀ ਹੈ, ਬੜੀ ਦੁਖੀ ਹੁੰਦੀ ਹੈ। ਕਿਉਂ ਕਿ ਹੁਣ ਸੋ ਪਤੀ ਤੋਂ ਬਿਨਾਂ ਹੋ ਗਈ, ਉਹਦੇ ਹੁਣ ਦੁੱਖ ਜਿਹੜੇ ਆ ਹੋਰ ਵੱਧ ਜਾਣੇ ਆ। ਸਾ ਧਨ ਛੁੱਟੀ ਮੁੱਠੀ ਠੱਗੀ ਗਈ। ਉਹ ਤਾਂ ਰੌਲੀ ਪਾਉਂਦੀ, ਮੈਂ ਤਾਂ ਠੱਗੀ ਗਈ, ਮੇਰਾ ਸੁਹਾਗ ਲੁੱਟਿਆ ਗਿਆ। ਕਹਿੰਦੇ ਵੀ ਮੇਰਾ ਪਤੀ ਜਿਹੜਾ ਮੇਰਾ ਸਾਈਂ ਸੀ ਉਹ ਮੇਰੇ ਸਿਰ ਤੋਂ ਉੱਠ ਗਿਆ, ਮੈਂ ਲੁੱਟੀ ਗਈ, ਮੈਂ ਠੱਗੀ ਗਈ। ਉਹਨੂੰ ਇੱਦਾਂ ਲੱਗਦਾ ਮੇਰੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਸੁਰਤ ਮੋਈ ਮਰ ਮਾਈਏ ਮਹਿਲ ਰੁੰਨੀ ਦਰਬਾਰੇ। ਸੋ ਇੰਝ ਉਹਨਾਂ ਦੀ ਉਹ ਮੌਤ ਹੁਣ ਸਾਹਮਣੇ ਆ, ਮੌਤ ਆਈ ਹੋਈ ਹੈ, ਬੰਦਾ ਮਰਿਆ ਪਿਆ। ਉਸ ਮੌਤ ਨੇ ਉਹਦੀ ਸੁਰਤ ਵੀ ਮਾਰ ਲਈ, ਮੌਤ ਨੇ ਸੁਰਤ ਮਾਰ ਲਈ ਹੈ। ਸੋ ਇਸੇ ਕਰਕੇ ਇਹ ਸੁਰਤ ਨੂੰ ਤਾਂ ਸੰਭਾਲਣਾ ਪੈਂਦਾ। ਸੁਰਤ ਨੂੰ ਜਿਨ੍ਹਾਂ ਨੇ ਸੰਭਾਲਿਆ ਹੁੰਦਾ ਨਾ, ਹੁਣ ਜਦੋਂ ਇਹੋ ਜਿਹਾ ਸਮਾਂ ਆ ਜਾਂਦਾ ਹੈ, ਜਿਨ੍ਹਾਂ ਨੇ ਸੁਰਤ ਸਾਂਭੀ ਹੁੰਦੀ ਹੈ ਉਹ ਫਿਰ ਬਾਣੀ ਪੜ੍ਹਦੇ, ਨਾਮ ਜਪਦੇ ਹੈ। ਸੋ ਜਿਹਨਾਂ ਨੇ ਸੁਰਤ ਨਹੀਂ ਸੰਭਾਲੀ ਹੋਈ ਉਹਨਾਂ ਦਾ ਕੀ ਸਿਸਟਮ ਆ? ਉਹ ਮੌਤ ਉਹਨਾਂ ਦੀ ਸੁਰਤ ਨੂੰ ਮਾਰ ਲੈਂਦੀ ਹੈ। ਉਹਨਾਂ ਨੂੰ ਕਹੋ ਵੀ ਭਾਣਾ ਮੰਨੋ, ਬਾਣੀ ਪੜ੍ਹੋ, ਨਾਮ ਜਪੋ, ਕਿੱਥੇ ਕਰਦੇ ਨੇ? ਕਿਉਂਕਿ ਸੁਰਤ ਹੀ ਮੌਤ ਨੇ ਉਹਨਾਂ ਦੀ ਮਾਰੀ ਹੋ ਜਾਂਦੀ ਹੈ। ਮਹਿਲ ਰੁੰਨੀ ਦਰਬਾਰੇ। ਸੋ ਭਾਵ ਉਹ ਤਾਂ ਰੋਂਦੀ ਹੈ ਘਰ ਵੀ ਅਤੇ ਬਾਹਰ ਵੀ, ਬਸ ਪਿੱਟ ਸਿਆਪਾ ਹੀ ਕਰਦੀ ਰੋਂਦੀ ਆ। ਉਹ ਕਹਿੰਦੇ ਰੋਬ ਹੋ ਕੰਤ ਮਹੇਲੀ ਹੋ ਸੱਚੇ ਕੇ ਗੁਣ ਸਾਰੇ। ਸੋ ਰੋਣਾ ਤਾਂ ਫਿਰ ਉਹਨਾਂ ਦਾ ਹੀ ਠੀਕ ਹੈ। ਸੋ ਹੇ ਮਹੇਲੀ ਹੋ, ਇਸਤਰੀਆਂ ਨੂੰ ਸੰਬੋਧਨ, ਹੇ ਜੀਵ ਰੂਪ ਇਸਤਰੀਓ ਰੋਵੋ, ਸੱਚੇ ਦੇ ਗੁਣਾਂ ਨੂੰ ਸੰਭਾਲਣ ਵਿੱਚ ਰੋਵੋ, ਵੀ ਸੱਚੇ ਦੇ ਗੁਣ ਮੇਰੇ ਕੋਲ ਸਾਂਭੇ ਨਹੀਂ ਗਏ। ਸੋ ਇੱਦਾਂ ਰੋਵਾਂਗੇ ਫਿਰ ਹੋ ਸਕਦਾ ਥੋੜ੍ਹੇ ਬਹੁਤ ਸਾਂਭੇ ਜਾਣਗੇ, ਅੰਦਰੋਂ ਚੇਤੰਨ ਹੋ ਜਾਂਦਾ ਨਾ। ਜਿੱਦਾਂ ਬੰਦਾ ਚਿੰਤਾ ਵਿੱਚ ਹੀ ਚੇਤੰਨ ਹੁੰਦਾ, ਜੇ ਚਿੰਤਾ ਨਹੀਂ ਹੋਵੇਗੀ ਬੰਦਾ ਚੇਤੰਨ ਨਹੀਂ ਹੋ ਸਕਦਾ, ਲਾਪਰਵਾਹ ਹੋ ਜਾਂਦਾ।
ਜਦੋਂ ਚਿੰਤਾ ਹੋਵੇਗੀ ਬੰਦਾ ਚੇਤੰਨ ਹੁੰਦਾ ਹੈ। ਚਿੰਤਾ ਹੁੰਦੀ ਮੈਂ ਇੰਨੇ ਵਜੇ ਡਾਕਟਰ ਕੋਲ ਜਾਣਾ, ਚਿੰਤਾ ਆ, ਚੇਤੰਨ ਹੈ। ਉਹ ਵਾਰ-ਵਾਰ ਟਾਈਮ ਵੇਖਦਾ, ਵਾਰ-ਵਾਰ ਟਾਈਮ ਦੇਖਦਾ। ਜੇ ਮੌਤ ਦੀ ਚਿੰਤਾ ਹੋਵੇ ਵੀ ਹਾਂ ਮਰਨਾ ਇੱਕ ਦਿਨ ਆਉਣਾ, ਚਿੰਤਾ ਹੋਵੇਗੀ, ਚੇਤੰਨ ਹੋਵੇਗਾ, ਚੇਤੰਨ ਹੋਵੇਗਾ। ਭਾਈ ਮਰਨਾ ਸੌਖਾ ਹੋਵੇ, ਲੇਖਾ ਨਾ ਹੋਵੇ। ਸੋ ਚਿੰਤਾ ਤੋਂ ਬਿਨਾਂ ਚੇਤੰਨ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਇਸ ਗੱਲ ਦਾ ਰੋਣਾ ਰੋਵੋ ਕਿ ਮੈਂ ਸੱਚੇ ਦੇ ਗੁਣ ਕਿਉਂ ਨਹੀਂ ਸੰਭਾਲ ਰਹੀ। ਮੈਂ ਸੱਚੇ ਦੇ ਗੁਣ ਸਾਂਭਾਂ। ਸੱਚੇ ਦੇ ਗੁਣ ਇਸ ਕਰਕੇ ਨਹੀਂ ਸਾਂਭਦੇ, ਸਾਡੇ ਵਿੱਚ ਅਵਗੁਣ ਨੇ। ਅਵਗੁਣ ਦਾ ਤਿਆਗ ਕਰਾਂਗੇ ਫਿਰ ਸੱਚੇ ਦੇ ਗੁਣ ਸਾਂਭੇ ਜਾਣੇ ਨੇ। ਫਿਰ ਅਵਗੁਣਾਂ ਦਾ ਇਹ ਤਿਆਗ ਕਰਦੀ ਹੈ। ਜਲ ਮਲ ਜਾਨੀ ਨਵਾਲਿਆ, ਕੱਪੜ ਪੱਟ ਅੰਬਾਰੇ। ਉਹ ਜਾਨੀ ਪਿਆਰਾ, ਪਿਆਰੇ ਨੂੰ ਜਾਨੀ ਕਹਿੰਦੇ। ਜਾਨੀ ਨੂੰ ਜਦੋਂ ਨਾ ਫਿਰ ਮਰ ਗਿਆ ਵਿਚਾਰਾ ਅਤੇ ਉਹਨੂੰ ਫਿਰ ਨਲਾਇਆ ਜਾਂਦਾ। ਉਹਨੂੰ ਨਲਾ ਕੇ ਪਾਣੀ ਦੇ ਨਾਲ ਉਹਨੂੰ ਫਿਰ ਕਫਨ ਦੇ ਵਿੱਚ ਲਪੇਟ ਦਿੱਤਾ। ਜਲ ਮਲ ਜਾਨੀ ਨਵਾਲਿਆ, ਕੱਪੜ ਪੱਟ ਅੰਬਾਰੇ। ਸੋ ਇਸ ਜੀਵ ਦੀ ਜਾਨੀ ਇਹ ਦੇਹ, ਜੀਵ ਦੇਖਦਾ ਨਾ, ਜਿੰਨਾ ਚਿਕਰ ਇਹਦਾ ਸੰਸਕਾਰ ਨਹੀਂ ਹੁੰਦਾ ਅਤੇ ਉਨਾ ਚਿਕਰ ਇਹ ਵੀ ਆਲੇ ਦੁਆਲੇ ਘੁੰਮਦਾ। ਦੇਹੀ ਨਾਲ ਪਿਆਰ ਹੈ, ਇਸ ਕਰਕੇ ਆਪਣੀ ਦੇਹੀ ਨੂੰ ਵੇਖਦਾ ਵੀ ਕਿੱਦਾਂ ਇਹਨੂੰ ਮਲ ਮਲ ਕੇ ਨਲਾ ਰਹੇ ਨੇ। ਹੁਣ ਇਹਨੂੰ ਕਿੱਦਾਂ ਕਫਨ ਦੇ ਵਿੱਚ ਲਪੇਟ ਕੇ ਰੱਖ ਦਿੱਤਾ। ਆਜੇ ਵੱਜੇ ਸੱਚੀ ਬਾਣੀਆਂ, ਪੰਚ ਮੂਏ ਮਨ ਮਾਰੇ। ਸੋ ਜਿਹੜੇ ਆਪਣੇ ਮਨ ਨੂੰ ਮਾਰ ਲੈਂਦੇ ਨੇ ਉਹਨਾਂ ਦੇ ਪੰਚ ਮਰਦੇ ਨੇ। ਜਿਨ੍ਹਾਂ ਦੇ ਪੰਚ ਮਰਦੇ ਨੇ ਅਤੇ ਉਹਨਾਂ ਦਾ ਮਰਨਾ ਜਿਹੜਾ ਉਹ ਸੱਚਾ ਹੁੰਦਾ ਹੈ। ਉਹਨਾਂ ਨੂੰ ਕੋਈ ਪਰਵਾਹ ਨਹੀਂ, ਕਿਉਂਕਿ ਉਹਨਾਂ ਦੇ ਵਿੱਚ ਸੱਚੀ ਬਾਣੀਆਂ, ਗੁਰੂ ਦੀ ਉਪਦੇਸ਼, ਗੁਰੂ ਦਾ ਜਿਹੜਾ ਉਪਦੇਸ਼ ਸੀਗਾ, ਵਾਜੇ ਵਜੇ ਉਹਦੇ ਵਾਜੇ ਵੱਜਦੇ ਨੇ। ਭਾਵ ਗੁਰੂ ਦਾ ਉਪਦੇਸ਼ ਉਹਨਾਂ ਦੇ ਅੰਦਰ ਵਾਰ-ਵਾਰ ਵੱਜਦਾ ਅਤੇ ਉਹ ਪੰਚਾਂ ਨੂੰ ਮਾਰ ਗਏ। ਪੰਚਾਂ ਨੂੰ ਮਾਰਨ ਦੇ ਨਾਲ ਜਿਹੜਾ ਮਨ ਸੀ ਮਰ ਗਿਆ। ਜਦੋਂ ਮਨ ਮਰ ਗਿਆ ਫਿਰ ਨਾ ਸੰਸਾਰ ਦੇ ਨਾਲ ਮੋਹ, ਨਾ ਸਰੀਰ ਦੇ ਨਾਲ ਮੋਹ, ਨਾ ਸੰਸਾਰਕ ਪਦਾਰਥਾਂ ਦੇ ਨਾਲ ਮੋਹ, ਫਿਰ ਕੋਈ ਫਰਕ ਨਹੀਂ। ਕਹਿੰਦੇ ਜਾਨੀ ਵਿਛਨੜੇ ਮੇਰਾ ਮਰਨ ਭਇਆ, ਤ੍ਰਿਗ ਜੀਵਨ ਸੰਸਾਰੇ। ਹੁਣ ਤਾਂ ਜਿਹੜਾ ਮੇਰਾ ਸਾਥੀ ਸੀ ਉਹ ਵਿਛੜ ਗਿਆ, ਉਹ ਮਰ ਗਿਆ ਅਤੇ ਮੇਰਾ ਮਰਨ ਉੱਦਾਂ ਹੀ ਹੋ ਗਿਆ ਜਿਉਂਦਿਆਂ। ਅਤੇ ਉਹਦੇ ਤੋਂ ਬਿਨਾਂ ਰਹਿਣਾ ਸੰਸਾਰ ਦੇ ਵਿੱਚ ਤਿਰਕਾਰ ਹੈ, ਤਿਰਕਾਰ ਹੈ। ਜੀਵਤ ਮਰੈ ਸੋ ਜਾਣੀਐ, ਪਿਰ ਸਚੜੈ ਹੇਤ ਪਿਆਰੇ। ਜੀਵਤ ਮਰਿਆ ਉਹ ਹੁੰਦਾ, ਉਹ ਜਿਉਂਦਾ ਮਰਦਾ ਸੋ ਜਿਸ ਦਾ ਅਕਾਲ ਪੁਰਖ ਪਰਮਾਤਮਾ ਦੇ ਨਾਲ ਸੱਚਾ ਪਿਆਰ ਹੁੰਦਾ। ਜੀਵਤ ਭਾਵ ਤੋਂ ਮਰਨਾ ਜਿਹੜਾ ਸਿੱਖ ਲੈਂਦਾ ਹੈ ਉਹਨੂੰ ਫਿਰ ਸੰਸਾਰਕ ਮੌਤ ਦਾ ਕੋਈ ਦੁੱਖ ਨਹੀਂ ਹੈ। ਜਿਹੜਾ ਮਰਿਆ ਉਹਨੂੰ ਵੀ ਕੋਈ ਦੁੱਖ ਨਹੀਂ ਹੈ, ਜਿਨ੍ਹਾਂ ਦਾ ਮਰਿਆ ਉਹਨੂੰ ਵੀ ਕੋਈ ਦੁੱਖ ਨਹੀਂ ਹੈ, ਕਿਉਂਕਿ ਜੀਵਤ ਭਾਵ ਤੋਂ ਮਰ ਚੁੱਕੇ ਨੇ ਜੀ। ਆਪਣੀਆਂ ਲੋੜਾਂ ਨੂੰ ਜਿਨ੍ਹਾਂ ਨੇ ਮਾਰਿਆ ਹੋਇਆ, ਇੱਛਾਵਾਂ ਨੂੰ ਮਾਰਿਆ ਹੋਇਆ। ਤੁਸੀਂ ਰੋਵੋ ਰੋਵਣ ਆਈ ਹੋ, ਝੂਠ ਮੁੱਠੀ ਸੰਸਾਰੇ। ਸੋ ਤੁਸੀਂ ਰੋਵੋ ਇਸ ਸੰਸਾਰ ਦੇ ਵਿੱਚ, ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ। ਇਸ ਝੂਠੇ ਮੁੱਠੇ ਸੰਸਾਰ ਦੇ ਵਿੱਚ, ਸੋ ਝੂਠੇ ਮੁੱਠੇ ਸੰਸਾਰ ਦੇ ਵਿੱਚ ਜਿੱਥੇ ਕੁਝ ਵੀ ਨਹੀਂ ਰਹਿਣਾ। ਜਗ ਨਾ ਕੋਈ ਥਿਰ ਰਿਹਾ, ਜਿਤ ਆਸਣ ਹਮ ਵੈਸੇ ਕੀਤੇ ਬੈਸ ਗਿਆ। ਸੋ ਜਿਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਕਿ ਸਾਨੂੰ ਤਾਂ ਰੋਣਾ ਹੀ ਇਸ ਗੱਲ ਦਾ ਆ, ਇਸ ਝੂਠੇ ਸੰਸਾਰ ਵਿੱਚ ਸਾਡਾ ਆਉਣਾ ਹੀ ਕਿਉਂ ਹੋਇਆ। ਸੋ ਇਸੇ ਗੱਲ ਦਾ ਸਾਨੂੰ ਰੋਣਾ ਹੈ ਵੀ ਇੱਥੇ ਅਸੀਂ ਆਉਣਾ ਨਹੀਂ ਸੀ ਚਾਹੁੰਦੇ। ਸੋ ਜੇ ਇੱਥੇ ਆਉਣਾ ਨਹੀਂ ਚਾਹੁੰਦੇ ਤਾਂ ਫਿਰ ਮੌਤ ਐਸੀ ਮਰੀਏ ਕਿ ਮੁੜ ਕੇ ਆਈਏ ਨਾ, ਮੁੜ ਕੇ ਜਨਮ ਹੀ ਨਾ ਹੋਵੇ। ਇਸ ਗੱਲ ਦਾ ਰੋਣਾ ਚਾਹੀਦਾ ਵੀ ਸਾਡਾ ਮੁੜ ਕੇ ਜਨਮ ਨਹੀਂ ਚਾਹੀਦਾ। ਹਾਂ ਮੁੱਠੜੀ ਤੰਦੈ ਧਾਵਣੀਆਂ, ਪਿਰ ਛੋਡੀਆੜੀ ਵਿਦਣ ਕਾਰੇ। ਸੋ ਜਿਨ੍ਹਾਂ ਦੇ ਕਰਮ ਮਾੜੇ ਹੋਏ ਹੈ ਨਾ, ਬੰਦੇ ਦੇ ਕਰਮਾਂ 'ਤੇ ਬੜਾ ਕੁਝ ਡਿਪੈਂਡ ਕਰਦਾ, ਸਭ ਕੁਝ ਹੀ ਡਿਪੈਂਡ ਕਰਦਾ। ਕਰਮ ਮਾੜੇ ਹੋ ਗਏ ਤਾਂ ਰੱਬ ਛੁੱਟ ਗਿਆ, ਬਾਣੀ ਛੁੱਟ ਗਈ। ਸੋ ਬਾਣੀ ਜਦੋਂ ਛੁੱਟੀ ਫਿਰ ਮਾਇਆ ਨੇ ਝੂਠੇ ਧੰਦਿਆਂ ਦੇ ਵਿੱਚ ਇਸ ਨੂੰ ਠੱਗ ਲਿਆ। ਫਿਰ ਧਾਵਣੀਆਂ ਹੀ ਹੈ, ਟਿਕਾ ਬਣਿਆ ਹੀ ਨਹੀਂ, ਦੌੜ ਭਾਜੀ ਬਣੀ ਰਹੀ। ਫਿਰ ਘਰ ਘਰ ਕੰਤ ਮਹੇਲੀਆ,
ਰੂੜੈ ਹੇਤ ਪਿਆਰੇ। ਸੋ ਘਰ ਘਰ ਕੰਤ ਮਹੇਲੀਆ। ਉਹ ਜਿਹੜਾ ਅਕਾਲ ਪੁਰਖ ਹੈ ਉਹ ਤਾਂ ਹਰੇਕ ਘਰ ਦੇ ਵਿੱਚ ਹੈ। ਸੋ ਜਿਸ ਜੀਵ ਰੂਪ ਇਸਤਰੀ ਨੇ ਆਪਣੇ ਘਰ ਵਿੱਚ ਕੰਤਪਤੀ ਪਰਮਾਤਮਾ ਪਰਮੇਸ਼ਰ ਨੂੰ ਪਹਿਚਾਣ ਲਿਆ, ਰੂੜਾ ਹੇਤ ਪਿਆਰ, ਉਹਦਾ ਰੂਪ ਹੀ ਸੋਹਣਾ ਹੋ ਜਾਂਦਾ ਹੈ, ਉਸ ਦਾ ਸਭਨਾਂ ਦੇ ਨਾਲ ਪਿਆਰ ਪੈ ਜਾਂਦਾ। ਕਹਿੰਦੇ ਮੈਂ ਫਿਰ ਸੱਚ ਸਲਾਹਣਾ ਹੋ ਰਹਿਸੜੀ ਨਾਮ ਵਧਾਰੇ। ਸੋ ਤਾਂ ਬਸ ਪਰਮਾਤਮਾ ਪਰਮੇਸ਼ਰ ਦੀ ਸਿਫਤ ਕਰਦੀ ਹੈ। ਸੋ ਮੈਂ ਉਹ ਜੀਵ ਰੂਪ ਇਸਤਰੀ ਕਹਿੰਦੀ ਮੈਂ ਉਹ ਨਾਮ ਨੂੰ ਸੰਭਾਲਦੀ ਹਾਂ ਅਤੇ ਮੇਰਾ ਰਹਿਣਾ ਆ, ਮੇਰਾ ਜੀਵ ਰਹੱਸੜੀ ਜੀਵਣਾ ਹੈ ਜੇ ਮੈਂ ਨਾਮ ਨੂੰ ਚੇਤੇ ਕਰਦੀ ਹਾਂ। ਗੁਰ ਮਿਲਿਆ ਵੇਸ ਪਲਟਿਆ ਸਾਧਨ ਸੱਚ ਸ਼ਿੰਗਾਰ। ਸੋ ਜਿਨ੍ਹਾਂ ਦਾ ਗੁਰੂ ਦੇ ਨਾਲ ਮੇਲ ਹੁੰਦਾ ਅਤੇ ਉਹਦਾ ਵੇਸ ਪਲਟ ਜਾਂਦਾ, ਭਾਵ ਸੁਭਾਅ ਬਦਲ ਜਾਂਦਾ। ਸੋ ਉਹਦਾ ਜੀਵਨ ਬਿਲਕੁਲ ਬਦਲ ਗਿਆ ਅਤੇ ਬੰਦਗੀ ਕਰਦਾ। ਹੁਣ ਉਹ ਬਾਣੀ ਪੜ੍ਹਨੀ, ਨਾਮ ਜਪਣਾ, ਅੰਮ੍ਰਿਤ ਵੇਲੇ ਦਾ ਉੱਠਣਾ, ਉਹਦਾ ਫਿਰ ਉਸ ਜੀਵ ਰੂਪ ਇਸਤਰੀ ਦਾ ਸੱਚਾ ਸ਼ਿੰਗਾਰ ਬੰਦਗੀ ਬਣ ਜਾਂਦਾ ਹੈ। ਆਵੋ ਮਿਲੋ ਸਹੇਲੀਓ ਸਿਮਰਿਓ ਸਿਰਜਣਹਾਰੋ। ਹੇ ਸਤ ਸੰਗੀਓ ਆਓ ਮਿਲ ਕੇ ਬੈਠੋ, ਉਸ ਸਿਰਜਣਹਾਰ ਨੂੰ ਸਿਮਰੋ। ਬਈਰ ਨਾਮ ਸੁਹਾਗਣੀ ਸੱਚ ਸਵਾਰਨਹਾਰ। ਉਹ ਜੀਵ ਰੂਪ ਇਸਤਰੀ ਸੁਹਾਗਣੀ ਹੈ, ਬਈਰ ਸੋ ਇਸਤਰੀ ਨੂੰ ਕਹਿ ਦਿੱਤਾ। ਉਹ ਜੀਵ ਰੂਪ ਇਸਤਰੀ ਸੁਹਾਗਣੀ ਹੈ ਜਿਸ ਨੇ ਸੱਚ ਦੇ ਨਾਲ ਆਪਣੇ ਆਪ ਨੂੰ ਸੰਵਾਰ ਲਿਆ। ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ। ਉਹ ਜੀਵ ਰੂਪ ਇਸਤਰੀਆਂ ਬ੍ਰਹਮ ਦੀ ਵਿਚਾਰ ਕਰਦੀਆਂ ਅਤੇ ਫਿਰ ਸੋ ਬਿਰਹੜਾ ਵਿਛੋੜੇ ਦਾ ਦੁੱਖ ਹੀ ਨਹੀਂ ਹੁੰਦਾ। ਹਰ ਵਕਤ ਗਾਵੋ ਗੀਤ, ਪਰਮਾਤਮਾ ਪਰਮੇਸ਼ਰ ਦੇ ਉਹ ਗੀਤ ਹੀ ਗਾਉਂਦੇ ਨੇ। ਵਿਛੋੜੇ ਦਾ ਫਿਰ ਕੋਈ ਦੁੱਖ ਨਹੀਂ। ਜੇ ਦੁੱਖ ਵੀ ਹੈ ਤਾਂ ਫਿਰ ਰਾਗਮਈ ਗੀਤ ਨੇ, ਉਹ ਵੀ ਰੱਬ ਨੂੰ ਮਿਲਣ ਦੀ ਇੱਕ ਸਿੱਖ ਹੈ, ਉਹ ਵੀ ਰੱਬ ਦੇ ਸੰਬੰਧ ਵਿੱਚ ਗੀਤ ਨੇ। ਜੇ ਵਿਛੋੜੇ ਦਾ ਦੁੱਖ ਵੀ ਹੈ ਵੀ ਕਦੋਂ ਮੇਲ ਹੋਵੇਗਾ, ਜਿਹਨੂੰ ਬੈਰਾਗ ਕਹਿ ਦਿੱਤਾ, ਮਨ ਬੈਰਾਗ ਭਿਆ ਦਰਸ਼ਨ ਦੇਖਣੇ ਕਾ ਚਾਓ। ਸੋ ਉਹ ਵੀ ਇੱਦਾਂ ਦੀ ਮਨ ਵਿੱਚੋਂ ਕਹਿੰਦੇ ਆਵਾਜ਼ ਨਿਕਲਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਬੁਝੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦ ਉਥਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਵੀਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾਂ ਗੱਲਾਂ ਸਮਰੱਥ ਸੁਆਮੀ, ਸੌਖਿਓ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇਂ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਖਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨੈ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟੋ, ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋਂ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕਾਲਾ ਜਿਤ ਕਰ ਧਾਰੀਆਂ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਲਜਨ ਕੋ ਸੇ ਨਾਮ, ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ।
ਅਨ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਹੈ ਆਪ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਹੈ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਹੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਤ। ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ। ਕੋਈ ਨ ਜਾਣੈ ਤੁਮਰਾ ਅੰਤ ਉਚੇ ਤੇ। ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਸਦਾ ਕੁਰਬਾਨੀ। ਵਾਹਿਗੁਰੂ। ਅਰਦਾਸ ਸਿੱਖ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਜੀ ਸਹਾਇ ਵਾਰ ਸ਼੍ਰੀ ਗੁਰੂ ਗ੍ਰੰਥ ਜੀ ਕੀ ਪਾਤਸ਼ਾਹੀ ਦਸਵੀਂ ਬੈਠ ਗੁਰਤੀ ਸਿੰਘ ਬੈਠ ਨਾਮ ਤੇ ਆਏ। ਰੰਗਤ ਗੁਰਦੇਵ ਅਰਦਾਸ ਰਾਮਦਾਸ ਸਾਹਿਬ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ। ਸ਼੍ਰੀ ਹਰਿਕ੍ਰਿਸ਼ਨ ਧਿਆਈ ਜੈ ਸੱਚੇ ਸਭ ਜਾਇ ਤੇ ਪਵਨ ਸਿਮਰੈ ਹਰਲੋਕ ਦਿਆ ਵਿਤਾਰ। ਸਾਧ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਇ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਅੰਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਚੁੱਕੀਆਂ ਤੱਕੀਆਂ ਸਿੱਧਵਾਨਾਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹਿਗੁਰੂ ਦੇਖ ਕੇ ਅੰਮ੍ਰਿਤ ਪੀਤਾ। ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਅੰਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇਹਨਾਂ ਸਿੰਘਾਂ ਸਿੰਘਣੀਆਂ ਧਰਮ ਦੇ ਸੀ ਦਿੱਤੇ ਬੰਦ ਬੰਦ ਕਰਵਾਏ। ਖੋਪੜੀਆਂ ਦਹਾਈਆਂ ਚੱਕੜੀਆਂ ਤੇ ਚੜੇ ਕਨਾਲੀਆਂ ਨਾਲ ਚਲਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਹਾਰਿਆ ਸਿੱਖੀ ਸਿੱਧ ਕੇਸਾਂ ਸਵਾਸਾਂ ਨਾਲ ਲਗਾਇਆ। ਇਹਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਅੰਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਅੰਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੈ। ਚਿਤਿ ਆਵਨ ਕਾ ਸਦਕਾ ਸਰਬ ਸੁਖ ਹੋਇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਕਾ ਧਰਛਿਆ ਵਿਹਾਈ। ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਹੋਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਜੀਵਾ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀ ਇਹ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਦੀਵਾਨ ਸਜੇ ਸਜੇ ਆਨੰਦ ਨਿਤਨੇਮ ਦੀਆਂ ਬਾਣੀਆਂ ਤੇ ਜਾਪ ਹੋਏ। ਆਸਾ ਜੀ ਦੀ ਵਾਰ ਕੀਤੀ ਸ਼ਬਦ ਦੀ ਉਚਾਰਨ ਸਾਹਿਬ ਨਿਸ਼ੀ ਪੌੜੀਆਂ ਦੀ ਜਾਪ ਹੋਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਬਾਣੀ ਦਾ ਮਹੱਤਵ ਸੰਗਤਾਂ ਨੂੰ ਬਖਸ਼ਣਾ ਤਿਲ ਫੁੱਲ ਹਾਜ਼ਰ ਕਰ ਪ੍ਰਵਾਨ ਕਰਨਾ। ਸਰਬੱਤ ਸੰਗਤਾਂ ਦੀਆਂ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਬਖਸ਼ੀਆਂ ਦਾਤਾਂ ਚੋਂ ਕੜਾਹ ਪ੍ਰਸ਼ਾਦੇ ਦੀ ਕਹਾਣੀ ਸ੍ਰੀ ਪਾਤਸ਼ਾਹ ਪੁੱਤਰਾਂ ਬਲਾਓ ਤੋਂ ਹਰਾਇ ਸੀ ਪ੍ਰਸ਼ਾਸਨ ਕਰਨ ਵਰਤੇ ਜੁਦੀ ਛਕਿਆ ਨਾਮ ਜਪੇ। ਪਾਵਨ ਹੁਕਮ ਬਖਸ਼ੋ ਸੰਗਤਾਂ ਨੂੰ ਨਿਹਾਲ ਕਰੋ ਜੀ ਸਹੀ ਪਿਆਰੇ ਮਿਲਣੇ ਜਿਨ੍ਹਾਂ ਮੇਰੇ ਨਾਮ ਚਿਤਿ ਆਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ। ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਪ੍ਰਭ ਕੋ ਮਿਲਵੋ ਚਾਹੈ। ਕੋ ਸ਼ਬਦ ਮੈਂ ਲੇ ਰਾਜ ਕਰੀਗਾ ਖਾਲਸਾ ਆਕੀ ਰਹੇ ਨਾ ਕੋਏ। ਆਰ ਹੋਈ ਸਭ ਮਿਲਣਗੇ। ਬਚੇ ਸ਼ਰਨ ਜੋ ਹੋਏ ਗੁਰੂ ਨਾਮ ਜਹਾਜ ਹੈ। ਚੜੇ ਸੋ ਤਰੇ ਪਾਰ ਸ਼ਰਦਾ ਕਰ ਸੇਵ ਗੁਰ ਪਾਰ ਉਤਾਰਨ ਹਾਰ। ਰਾਜਾਂ ਕੀ ਬਾਤ ਮੈਂ ਕਲਗੀ ਸੋ ਹੈ ਸੀਸ ਬਲੀ ਰਛਿਆ ਕਰੀ। ਗੁਰ ਕਲਗੀ ਧਰ ਜਗਦੀਸ਼। ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੋ ਕਉ ਟਲ ਗੁਰ ਸੇਵੀਆ, ਅਹਨਿ ਸਹਿ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸ਼ਲੋਕ ਮਹੱਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰਿ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰਿ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਹਉ ਹਰਿ ਕੈ ਸਦ ਬਲਿਹਾਰਣੈ, ਜਿਤ ਸੇਵਿਐ ਸੁਖ ਪਾਇ। ਨਾਨਕ ਗੁਰਮੁਖ ਮਿਲ ਰਹੈ, ਹਉ ਮੈਂ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ। ਸਭਨਾ ਕਾ ਮਾਪਿਓ ਆਪ ਹੈ, ਆਪੇ ਸਾਰ ਕਰੇ। ਨਾਨਕ ਨਾਮ ਧਿਆਇਨ, ਤਿਨ ਨਿਜ ਘਰ ਵਾਸ ਹੈ। ਜੁਗ ਜੁਗ ਸੋਭਾ ਹੋਏ। ਪੌੜੀ। ਤੂੰ ਕਰਣ ਕਾਰਣ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨ ਕੋਈ। ਤੁਧ ਆਪੇ ਸ੍ਰਿਸ਼ਟ ਸਿਰਜੀਆ, ਆਪੇ ਫੁਨ ਗੋਈ। ਸਭ ਇਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੀ।